ਹਾਂਜੀ ਵਿਦਿਆਰਥੀਓ, ਅੱਜ ਅਸੀਂ ਜਮਾਤ 9ਵੀਂ ਦੀ ਕਹਾਣੀ ਬਸ਼ੀਰਾ ਜੋ ਵੰਨਗੀ ਕਿਤਾਬ ਦੇ ਵਿੱਚ ਦਰਜ ਹੈ ਪੜ੍ਹਾਂਗੇ। ਇਹ ਬਸ਼ੀਰਾ ਕਹਾਣੀ ਬੱਚੋ ਨਵਤੇਜ ਸਿੰਘ ਕਹਾਣੀਕਾਰ ਦੀ ਲਿਖੀ ਹੋਈ ਹੈ। ਇਸ ਦਾ ਸੰਖੇਪ ਸਾਰ ਬੱਚੋ ਇਸ ਤਰ੍ਹਾਂ ਹੈ। ਬਸ਼ੀਰਾ ਅਤੇ ਕਹਾਣੀਕਾਰ ਦੋਵੇਂ ਚੰਗੇ ਬੇਲੀ ਸਨ। ਉਹ ਇੱਕ ਦੂਜੇ ਦੀ ਮਦਦ ਕਰਦੇ ਸਨ। ਕਹਾਣੀਕਾਰ ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਰਕੇ ਪੜ੍ਹਾਈ ਵਿੱਚ ਬਸ਼ੀਰੇ ਦੀ ਮਦਦ ਕਰਦਾ ਸੀ। ਬਸ਼ੀਰਾ ਸਰੀਰਕ ਪੱਖੋਂ ਤਾਕਤਵਰ ਹੋਣ ਕਰਕੇ ਕਹਾਣੀਕਾਰ ਦੀ ਲੜਾਈ ਝਗੜੇ ਵਿੱਚ ਸਹਾਇਤਾ ਕਰਦਾ ਸੀ। ਸਕੂਲ ਦੇ ਕੁਝ ਲੜਕੇ ਉਹਨਾਂ ਦੀ ਯਾਰੀ ਤੋਂ ਬਹੁਤ ਸੜਦੇ ਸਨ। ਕਹਾਣੀਕਾਰ ਦੀ ਸਹਾਇਤਾ ਨਾਲ ਬਸ਼ੀਰੇ ਦੀ ਪੜ੍ਹਾਈ ਵਿੱਚ ਸੁਧਾਰ ਹੋ ਗਿਆ। ਬਸ਼ੀਰੇ ਤੋਂ ਕਹਾਣੀਕਾਰ ਨੇ ਥੋੜ੍ਹੀ ਖੇਡ ਕਲਾ ਵੀ ਸਿੱਖ ਲਈ। ਬਸ਼ੀਰੇ ਦੀ ਫੁੱਟਬਾਲ ਦੀ ਕਿੱਕ ਬਹੁਤ ਮਸ਼ਹੂਰ ਸੀ। ਕਹਾਣੀਕਾਰ ਦੇ ਜਨਮ ਦਿਨ ਉੱਤੇ ਉਹਨਾਂ ਦੇ ਸ਼ਹਿਰ ਦੇ ਰਿਸ਼ਤੇਦਾਰ ਮੁੰਡੇ ਕੁੜੀਆਂ ਆਉਂਦੇ ਸਨ। ਉਹ ਸੋਹਣੇ ਕੱਪੜੇ ਪਹਿਨ ਕੇ ਆਉਂਦੇ ਅਤੇ ਕਹਾਣੀਕਾਰ ਲਈ ਕਈ ਸੋਹਣੀਆਂ ਸੋਹਣੀਆਂ ਸੁਗਾਤਾਂ ਲੈ ਕੇ ਆਉਂਦੇ। ਸੋਹਣੀਆਂ ਕੁੜੀਆਂ ਅੱਗੇ ਬਸ਼ੀਰਾ ਸ਼ਰਮਾਉਂਦਾ ਹੋਇਆ ਇੱਕ ਨੁੱਕਰੇ ਬੈਠਾ ਰਹਿੰਦਾ। ਲੇਖਕ ਨੂੰ ਇੱਕ ਕਾਂਤੀ ਨਾਂ ਦੀ ਕੁੜੀ ਬਹੁਤ ਚੰਗੀ ਲੱਗਦੀ, ਕਿਉਂਕਿ ਬਸ਼ੀਰੇ ਨਾਲ ਆਪਣੀ ਅਮੀਰੀ ਨੂੰ ਪਾਸੇ ਰੱਖ ਕੇ ਗੱਲ ਕਰਦੀ। ਉਸਨੇ ਕਹਾਣੀਕਾਰ ਲਈ ਲਿਆਂਦੀਆਂ ਸੁਗਾਤਾਂ ਵਿੱਚੋਂ ਇੱਕ ਜਰਸੀ ਬਸ਼ੀਰੇ ਨੂੰ ਵੀ ਦਿੱਤੀ ਸੀ। ਕਹਾਣੀਕਾਰ ਨੇ ਵੀ ਇੱਕ ਵਾਰ ਬਸ਼ੀਰੇ ਨੂੰ ਆਪਣੇ ਜਨਮ ਦਿਨ 'ਤੇ ਵਧੀਆ ਫੁੱਟਬਾਲ ਦਿੱਤਾ ਸੀ, ਜੋ ਉਸ ਇਕੱਲੇ ਦਾ ਆਪਣਾ ਸੀ। ਉਹ ਦੋਵੇਂ ਮਿੱਤਰ ਬੈਠ ਕੇ ਆਪਣੀ ਕਲਪਨਾ ਰਾਹੀਂ ਕਾਲਜ ਵਿੱਚ ਪੜ੍ਹਨ ਬਾਰੇ ਸੋਚਦੇ। ਕਹਾਣੀਕਾਰ ਸੋਚਦਾ ਕਿ ਬਸ਼ੀਰਾ ਯੂਨੀਵਰਸਿਟੀ ਦੀ ਟੀਮ ਵਿੱਚ ਚੁਣਿਆ ਜਾਵੇਗਾ। ਬਸ਼ੀਰਾ ਸੋਚਦਾ ਸੀ ਕਿ ਕਹਾਣੀਕਾਰ ਬਹੁਤ ਸਾਰੀਆਂ ਕਿਤਾਬਾਂ ਲਿਖੇਗਾ, ਜਿਸ ਵਿੱਚ ਉਹ ਆਪਣੇ ਦੋਸਤ ਦਾ ਹਾਲ ਵੀ ਲਿਖੇਗਾ। ਉਹ ਕਲਪਨਾ ਵਿੱਚ ਹੀ ਵਿਦੇਸ਼ਾਂ ਦੀ ਸੈਰ ਕਰਦੇ ਅਤੇ ਕਹਾਣੀਕਾਰ ਅਤੇ ਕਾਂਤੀ ਦੇ ਵਿਆਹ ਬਾਰੇ ਵੀ ਸੋਚਦੇ। ਇਹ ਬੱਚੋ ਉਸ ਦੀ ਸਿਰਫ ਕਲਪਨਾ ਸੀ ਜੋ ਕਹਾਣੀਕਾਰ ਨੇ ਦੱਸੀ ਹੈ। ਇੱਕ ਵਾਰ ਬਸ਼ੀਰਾ ਕੁਝ ਦਿਨ ਸਕੂਲ ਨਾ ਆਇਆ। ਕਹਾਣੀਕਾਰ ਫਿਕਰਮੰਦ ਹੋ ਕੇ 3 ਕੋਹ ਦੂਰ ਉਹਨਾਂ ਦੇ ਪਿੰਡ ਪਤਾ ਕਰਨ ਗਿਆ। ਉਸ ਦੇ ਪਿੰਡ ਪਹੁੰਚ ਕੇ ਉਸਨੇ ਪਿੰਡ ਦੇ ਬਾਹਰ ਬਸ਼ੀਰੇ ਨੂੰ ਮੱਝਾਂ ਚਰਾਉਂਦਾ ਦੇਖ ਲਿਆ। ਕਹਾਣੀਕਾਰ ਦੇ ਪੁੱਛਣ 'ਤੇ ਬਸ਼ੀਰੇ ਨੇ ਦੱਸਿਆ ਕਿ ਉਸਦੇ ਬਾਪ ਨੇ ਮੱਝ ਖਰੀਦ ਲਈ ਹੈ। ਕਹਾਣੀਕਾਰ ਨੂੰ ਇਹ ਸਮਝ ਨਾ ਆਇਆ, ਕਿਉਂਕਿ ਉਸ ਦੇ ਅਨੁਸਾਰ ਮੱਝ ਦਾ ਸੰਬੰਧ ਦੁੱਧ ਅਤੇ ਲੱਸੀ ਪੀਣ ਨਾਲ ਸੀ। ਪਰ ਬਸ਼ੀਰੇ ਵਰਗੇ ਕਈਆਂ ਲਈ ਮੱਝ ਦਾ ਜੋੜ ਠੇਕੇਦਾਰ ਕੋਲੋਂ ਸਾਰਾ ਦੁੱਧ ਵੇਚ ਕੇ ਘਰ ਦੇ ਗੁਜ਼ਾਰੇ ਨਾਲ ਹੈ। ਕਹਾਣੀਕਾਰ ਕਹਿੰਦਾ ਹੈ ਕਿ ਉਹ ਕਹਾਣੀ ਲਿਖਦਾ ਹੋਇਆ ਆਪਣੀਆਂ ਲਿਖਤਾਂ ਰਾਹੀਂ ਸੰਘਰਸ਼ ਦਾ ਰਾਹ ਅਪਣਾ ਕੇ ਬਸ਼ੀਰੇ ਵਰਗੇ ਉਹਨਾਂ ਲੋਕਾਂ ਦੀ ਜ਼ਿੰਦਗੀ ਬਾਰੇ ਸੰਗਰਾਮ ਕਰੇਗਾ, ਜਿਨ੍ਹਾਂ ਦੇ ਫੁੱਟਬਾਲ ਨੂੰ ਕਿੱਕ ਮਾਰਨ ਦੇ ਸੁਪਨੇ, ਦੁੱਧ ਆਪ ਪੀਂਦੀਆਂ ਸਧਰਾਂ ਅਧੂਰੀਆਂ ਰਹਿ ਗਈਆਂ ਅਤੇ ਹੁਣ ਉਹਨਾਂ ਦਾ ਕੋਈ ਹੱਕ ਨਹੀਂ ਖੋਏਗਾ। ਬਸ਼ੀਰਾ ਕਹਾਣੀ ਬੱਚੋ ਜੋ ਬਸ਼ੀਰਾ ਹੈ ਉਹ ਖੇਡ ਦੇ ਵਿੱਚ ਮਾਰ ਹੈ। ਕਹਾਣੀਕਾਰ ਆਪਣੀਆਂ ਲਿਖਤਾਂ ਲਿਖਦਾ ਹੈ। ਕੁਝ ਸੁਪਨੇ ਸੰਜੋਏ ਨੇ ਜ਼ਿੰਦਗੀ ਵਿੱਚ, ਪਰ ਬਸ਼ੀਰੇ ਦੇ ਸੁਪਨੇ ਅਧੂਰੇ ਰਹਿ ਜਾਂਦੇ ਨੇ, ਕਿਉਂਕਿ ਮਾਂ ਬਾਪ ਉਸ ਨੂੰ ਪੜ੍ਹਾਈ ਛੁਡਾ ਕੇ ਮੱਝ ਆਦਿ ਰੱਖ ਕੇ ਦਿੰਦਾ ਹੈ ਕਿ ਘਰ ਦਾ ਗੁਜ਼ਾਰਾ ਚੱਲ ਸਕੇ। ਉਸ ਮੱਝ ਦਾ ਦੁੱਧ ਜੋ ਉਸ ਨੇ ਆਪ ਪੀਣਾ ਹੁੰਦਾ ਹੈ, ਉਸ ਨੂੰ ਵੇਚ ਕੇ ਘਰ ਦੀਆਂ ਗਰਜ਼ਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ ਅਤੇ ਉਸ ਦੀਆਂ ਪੜ੍ਹਨ ਦੀਆਂ ਇੱਛਾਵਾਂ ਸਧਰਾਂ ਅਧੂਰੀਆਂ ਰਹਿ ਜਾਂਦੀਆਂ ਹਨ, ਜੋ ਕਿ ਕਹਾਣੀਕਾਰ ਨੂੰ ਬੜੀਆਂ ਚੁੱਭਦੀਆਂ ਹਨ। ਇਸ ਲਈ ਉਸ ਨੇ ਇੱਕ ਜ਼ਿੰਦਗੀ ਦਾ ਅਸਲ ਸੱਚ ਲੋਕਾਂ ਦਾ ਇਸ ਕਹਾਣੀ 'ਚ ਰੱਖਿਆ ਹੈ ਕਿ ਕਿਸ ਤਰ੍ਹਾਂ ਜੋ ਆਰਥਿਕਤਾ ਹੈ ਬੰਦੇ ਨੂੰ ਕਿਸ ਹੱਦ ਤੱਕ ਪਹੁੰਚਾ ਦਿੰਦੀ ਹੈ। ਜੋ ਸਹੀ ਹਾਲਤ ਉਹਨਾਂ ਦੀ ਘਰ ਦੀ ਹੁੰਦੀ ਤਾਂ ਬਸ਼ੀਰਾ ਜ਼ਰੂਰ ਪੜ੍ਹਦਾ, ਪਰ ਗਰੀਬੀ ਦੀ ਹਾਲਤ ਕਰਕੇ ਉਸਨੂੰ ਪੜ੍ਹਾਈ ਵਿੱਚ ਛੱਡਣੀ ਪਈ। ਇਹ ਆਮ ਮਰਾਂ ਦੀ ਜ਼ਿੰਦਗੀ ਵਿੱਚ ਸਾਡੇ ਹੀ ਪਰਿਵਾਰਾਂ ਦੀ ਇੱਕ ਕਹਾਣੀ ਲਿਖੀ ਹੋਈ ਮੈਨੂੰ ਜਾਪਦੀ ਹੈ।
ਬੱਚੋ ਪੇਪਰ ਦੇ ਵਿੱਚ ਇਸ ਕਹਾਣੀ ਦੇ ਪ੍ਰਸ਼ਨ ਉੱਤਰ ਆਉਂਦੇ ਹਨ। ਇਸ ਕਹਾਣੀ ਦਾ ਮਤਲਬ ਕਿਸੇ ਵੀ ਕਹਾਣੀ ਦੇ ਇਸ ਭਾਗ ਵਿੱਚੋਂ ਜੋ ਵੰਨਗੀ ਦਾ ਕਹਾਣੀ ਵਾਲਾ ਭਾਗ ਹੈ ਉਸ ਵਿੱਚ ਉਸ ਦੇ ਪ੍ਰਸ਼ਨ ਉੱਤਰ ਆਉਂਦੇ ਹਨ। ਇਸ ਤੋਂ ਇਲਾਵਾ ਵਸਤੂਨਿਸ਼ਟ ਪ੍ਰਸ਼ਨ ਉੱਤਰ ਵੀ ਆਉਂਦੇ ਹਨ। ਇਸ ਲਈ ਹੁਣ ਅਸੀਂ ਇਸ ਦੇ ਅਭਿਆਸੀ ਪ੍ਰਸ਼ਨ ਉੱਤਰ ਕਰਦੇ ਹਾਂ ਕਹਾਣੀ ਦੇ ਬਸ਼ੀਰਾ ਦੇ। ਬਸ਼ੀਰਾ ਕਹਾਣੀ ਦੀ ਕਿਹੜੀ ਘਟਨਾ ਨੇ ਲੇਖਕ ਨੂੰ ਰੋਣ ਲਈ ਮਜਬੂਰ ਕਰ ਦਿੱਤਾ? ਇੱਕ ਵਾਰ ਖੇਡਦਿਆਂ ਖੇਡਦਿਆਂ ਬਸ਼ੀਰੇ ਦੇ ਮੱਥੇ ਦੇ ਵਿਚਕਾਰ ਇੱਕ ਵੱਡਾ ਸਾਰਾ ਕਾਬਲੀ ਭੂੰਡ ਲੜ ਗਿਆ ਤਾਂ ਉਸ ਦੇ ਨੱਕ ਵਿੱਚੋਂ ਲਹੂ ਦੀ ਤਤੀਰੀ ਫੁੱਟ ਪਈ। ਇਸ ਘਟਨਾ ਨੇ ਲੇਖਕ ਨੂੰ ਰੋਣ ਲਈ ਮਜਬੂਰ ਕਰ ਦਿੱਤਾ। ਪੜ੍ਹਾਈ ਦੇ ਨਾਲ ਨਾਲ ਬਸ਼ੀਰਾ ਸਕੂਲ ਦੀਆਂ ਹੋਰ ਕਿਹੜੀਆਂ ਕਿਰਿਆਵਾਂ ਵਿੱਚ ਹਿੱਸਾ ਲੈਂਦਾ ਸੀ? ਬਸ਼ੀਰਾ ਪੜ੍ਹਾਈ ਦੇ ਇਲਾਵਾ ਸਕੂਲ ਦੀਆਂ ਖੇਡਾਂ ਵਿੱਚ ਹਿੱਸਾ ਲੈਂਦਾ ਸੀ। ਉਹ ਸਕੂਲ ਦੀ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਗਾਉਣ ਵਾਲਿਆਂ ਦੀ ਅਗਵਾਈ ਕਰਦਾ ਸੀ। ਫੁੱਟਬਾਲ ਵਿੱਚ ਬਸ਼ੀਰੇ ਦੀ ਕਿੱਕ ਬੜੀ ਮਸ਼ਹੂਰ ਸੀ। ਜਦੋਂ ਉਹਨਾਂ ਦਾ ਮੈਚ ਕਿਸੇ ਹੋਰ ਸਕੂਲ ਨਾਲ ਹੋਣਾ ਹੁੰਦਾ ਤਾਂ ਦੂਜੀ ਧਿਰ ਦੇ ਖਿਡਾਰੀ ਹਰਾਉਣ ਲਈ ਉਸਦੇ ਗੋਡੇ ਗਿੱਟੇ ਭੰਨਣ ਨੂੰ ਤਿਆਰ ਰਹਿੰਦੇ, ਪਰ ਉਸਦੇ ਸੱਟ ਕਦੇ ਨਹੀਂ ਸੀ ਲੱਗੀ। ਉਸ ਦੀ ਫੁੱਟਬਾਲ ਦੀ ਖੇਡ ਨੂੰ ਹਰ ਪਾਸੇ ਸਲਾਹਿਆ ਜਾਂਦਾ ਸੀ। ਨੈਕਸਟ ਕੁਐਸਚਨ, ਫੁੱਟਬਾਲ ਖੇਡ ਰਹੇ ਬਸ਼ੀਰੇ ਨੂੰ ਦੇਖ ਕੇ ਲੇਖਕ ਨੇ ਕੀ ਮਹਿਸੂਸ ਕੀਤਾ? ਬਸ਼ੀਰੇ ਦੇ ਫੁੱਟਬਾਲ ਦੀ ਖੇਡ ਦੀ ਪ੍ਰਸ਼ੰਸਾ ਕਰਕੇ ਲੋਕਾਂ ਨੂੰ ਸੁਣ ਕੇ ਲੇਖਕ ਖੁਸ਼ੀ ਨਾਲ ਮਹਿਸੂਸ ਕਰਦਾ ਹੈ ਕਿ ਲੋਕ ਕਹਾਣੀਕਾਰ ਦੀਆਂ ਤਾਰੀਫਾਂ ਹੀ ਕਰ ਰਹੇ ਹਨ। ਜਿਸ ਦਿਨ ਫੁੱਟਬਾਲ ਦਾ ਮੈਚ ਹੁੰਦਾ ਉਸ ਦਿਨ ਉਹ ਆਪਣੇ ਆਪ ਵਿੱਚ ਮਿਉਂਦਾ ਨਹੀਂ ਸੀ, ਕਿਉਂਕਿ ਉਹਨੂੰ ਪਤਾ ਸੀ ਕਿ ਉਸ ਦੀਆਂ ਹੀ ਅੱਜ ਤਾਰੀਫਾਂ ਹੋਣਗੀਆਂ। ਲੇਖਕ ਦਾ ਜਨਮ ਦਿਨ ਮਨਾਉਣ ਆਏ ਮੁੰਡੇ ਕੁੜੀਆਂ ਵਿੱਚੋਂ ਲੇਖਕ ਨੂੰ ਕਾਮਤੀ ਨਾਂ ਦੀ ਕੁੜੀ ਕਿਉਂ ਚੰਗੀ ਲੱਗਦੀ ਸੀ? ਜਨਮ ਦਿਨ ਮਨਾਉਣ ਆਏ ਮੁੰਡੇ ਕੁੜੀਆਂ ਵਿੱਚੋਂ ਲੇਖਕ ਨੂੰ ਕਾਮਤੀ ਨਾਂ ਦੀ ਕੁੜੀ ਇਸ ਕਰਕੇ ਚੰਗੀ ਲੱਗਦੀ ਸੀ ਕਿਉਂਕਿ ਉਹ ਬਸ਼ੀਰੇ ਨਾਲ ਗੱਲਬਾਤ ਕਰਦੀ ਸੀ। ਉਸਦੇ ਮੂੰਹ ਮੱਥੇ ਉੱਤੇ ਅਮੀਰੀ ਦਾ ਕੋਈ ਵੱਟ ਨਹੀਂ ਸੀ। ਉਸ ਨੇ ਲੇਖਕ ਲਈ ਲਿਆਂਦੇ ਤੋਹਫਿਆਂ ਵਿੱਚੋਂ ਇੱਕ ਰੰਗ ਬਿਰੰਗੀ ਜਰਸੀ ਬਸ਼ੀਰੇ ਨੂੰ ਵੀ ਦਿੱਤੀ ਸੀ। ਲੇਖਕ ਅਤੇ ਬਸ਼ੀਰਾ ਆਪਣੇ ਭਵਿੱਖ ਦੀਆਂ ਕਿਹੜੀਆਂ ਵਿਉਂਤਾਂ ਬਣਾਉਂਦੇ ਸਨ? ਲੇਖਕ ਅਤੇ ਬਸ਼ੀਰਾ ਆਪਣੇ ਭਵਿੱਖ ਲਈ ਕੀ ਵਿਉਂਤਾਂ ਬਣਾਉਂਦੇ ਹੋਏ ਕਈ ਥਾਵਾਂ 'ਤੇ ਸ਼ਹਿਰਾਂ ਵਿੱਚ ਘੁੰਮ ਚੁੱਕੇ ਸਨ। ਉਹ ਕਾਲਜ ਵਿੱਚ ਇਕੱਠੇ ਪੜ੍ਹਨ, ਬਸ਼ੀਰੇ ਦੇ ਯੂਨੀਵਰਸਿਟੀ ਦੀ ਟੀਮ ਵਿੱਚ ਚੁਣੇ ਜਾਣ ਦੀਆਂ ਵਿਉਂਤਾਂ ਬਣਾਉਂਦੇ ਸਨ। ਬਸ਼ੀਰਾ ਕਹਾਣੀਕਾਰ ਬਾਰੇ ਕਹਿੰਦਾ ਹੈ ਕਿ ਬਹੁਤ ਸਾਰੀਆਂ ਕਿਤਾਬਾਂ ਲਿਖੇਗਾ, ਬਹੁਤ ਸਾਰੇ ਲੋਕ ਉਸ ਦੀਆਂ ਕਿਤਾਬਾਂ ਪੜ੍ਹਿਆ ਕਰਨਗੇ। ਬਸ਼ੀਰਾ ਕਹਾਣੀਕਾਰ ਨੂੰ ਕਾਮਤੀ ਨਾਲ ਉਸਦੇ ਵਿਆਹ ਦੀ ਗੱਲ ਕਰਕੇ ਛੇੜਦਾ ਸੀ। ਮੀਆਂ ਨੇ ਮੱਝ ਖਰੀਦ ਲਈ ਹੈ। ਲੇਖਕ ਨੂੰ ਇਸ ਗੱਲ ਦੀ ਸਮਝ ਕਿਉਂ ਨਹੀਂ ਸੀ ਆ ਰਹੀ? ਕਿਉਂਕਿ ਲੇਖਕ ਦੀ ਦੁਨੀਆ 'ਚ ਮੱਝ ਦਾ ਜੋੜ ਦੁੱਧ ਅਤੇ ਲੱਸੀ ਪੀਣ ਨਾਲ ਹੀ ਸੀ, ਜਦੋਂ ਬਸ਼ੀਰੇ ਦੇ ਜੀਵਨ ਵਿੱਚ ਮੱਝ ਦਾ ਜੋੜ ਦੁੱਧ ਵੇਚ ਕੇ ਘਰ ਦੇ ਗੁਜ਼ਾਰੇ ਨਾਲ ਸੀ। ਮੱਝ ਨੂੰ ਪਾਲਣ ਲਈ ਹੀ ਬਸ਼ੀਰੇ ਨੇ ਸਕੂਲ ਜਾਣਾ ਅਤੇ ਫੁੱਟਬਾਲ ਖੇਡਣਾ ਛੱਡ ਦਿੱਤਾ ਸੀ। ਨੈਕਸਟ ਕੁਐਸਚਨ, ਬਸ਼ੀਰਾ ਕਹਾਣੀ ਦੇ ਅੰਤ ਵਿੱਚ ਲੇਖਕ ਅਤੇ ਬਸ਼ੀਰੇ ਦੇ ਬਾਲ ਮਨ ਦੀਆਂ ਉਡਾਰੀਆਂ ਨੂੰ ਪੂਰੀਆਂ ਕਰਨ ਲਈ ਕੀ ਕਲਪਨਾ ਕਰਦਾ ਹੈ? ਲੇਖਕ ਕਲਪਨਾ ਕਰਦਾ ਹੈ ਕਿ ਬੇਸ਼ੱਕ ਬਸ਼ੀਰੇ ਦੀਆਂ ਫੁੱਟਬਾਲ ਖੇਡਣ ਅਤੇ ਕਾਲਜ ਪੜ੍ਹਨ ਲੱਗ ਕੇ ਯੂਨੀਵਰਸਿਟੀ ਵਿੱਚ ਟੀਮ ਵਿੱਚ ਸ਼ਾਮਲ ਹੁੰਦੀਆਂ ਸਾਰੀਆਂ ਸਦਰਾਂ ਅਧੂਰੀਆਂ ਰਹਿ ਗਈਆਂ ਹਨ, ਪਰ ਉਹ ਆਪਣੇ ਕਲਮ ਰਾਹੀਂ ਉਸ ਦਾ ਹਾਲ ਲਿਖੇਗਾ ਅਤੇ ਬਸ਼ੀਰੇ ਵਰਗੇ ਲੋਕਾਂ ਦੀ ਜ਼ਿੰਦਗੀ ਲਈ ਸੰਗਰਾਮ ਕਰੇਗਾ, ਜੱਦੋ ਜਹਿਦ ਮਤਲਬ ਕਰੇਗਾ, ਜਿਸ ਨਾਲ ਬਸ਼ੀਰੇ ਵਾਂਗ ਕਿਸੇ ਦੀਆਂ ਸਦਰਾਂ ਅਧੂਰੀਆਂ ਨਹੀਂ ਰਹਿਣਗੀਆਂ। ਇਸ ਲਈ ਉਹ ਸਿਰਫ ਇੱਕ ਪਿੜ ਤਿਆਰ ਕਰਦਾ ਹੈ ਕਿ ਅਜਿਹੇ ਲੋਕਾਂ ਦਾ ਜੋ ਪੜ੍ਹਨਾ ਚਾਹੁੰਦੇ ਹਨ, ਅਗਰ ਉਹ ਨਹੀਂ ਪੜ੍ਹਦੇ ਕਿਸੇ ਕਾਰਨ, ਤਾਂ ਉਹ ਮੁਸ਼ਕਿਲ ਇਸ ਸਮਾਜ ਸਾਹਮਣੇ ਰੱਖੀ ਜਾਵੇ, ਜਿਸ ਤਰ੍ਹਾਂ ਬਸ਼ੀਰੇ ਦੀ ਰੱਖੀ ਹੈ ਕਿ ਉਸਦੇ ਨਾ ਪੜ੍ਹਨ ਦਾ ਕਾਰਨ ਕੀ ਸੀ? ਉਹਨਾਂ ਦੇ ਘਰ ਦੀ ਮੰਦੀ ਆਰਥਿਕ ਹਾਲਤ। ਵਸਤੂਨਿਸ਼ਟ ਪ੍ਰਸ਼ਨ ਉੱਤਰ, ਬਸ਼ੀਰਾ ਕਹਾਣੀ ਦਾ ਲੇਖਕ ਕੌਣ ਹੈ? ਨਵਤੇਜ ਸਿੰਘ। ਕੌਣ ਕੌਣ ਚੰਗੇ ਬੇਲੀ ਸਨ? ਬਸ਼ੀਰਾ ਅਤੇ ਕਹਾਣੀਕਾਰ। ਲੇਖਕ ਨੂੰ ਕਾਂਤੀ ਦਾ ਹਾਸਾ ਕਿਸ ਵਰਗਾ ਜਾਪਦਾ ਹੈ? ਬਾਸਮਤੀ ਦੀ ਮਹਿਕ ਵਰਗਾ। ਕੌਣ ਚੰਗਾ ਗਾਉਂਦਾ ਸੀ? ਬਸ਼ੀਰਾ।
ਕਿਸ ਦੀ ਫੁੱਟਬਾਲ ਦੀ ਖੇਡ ਬਹੁਤ ਮਸ਼ਹੂਰ ਸੀ? ਬਸ਼ੀਰੇ ਦੀ। ਕਿਸ ਦਾ ਜਨਮ ਦਿਨ ਮਨਾਇਆ ਜਾਂਦਾ ਸੀ? ਕਹਾਣੀਕਾਰ ਦਾ। ਲੇਖਕ ਨੂੰ ਕਿਹੜੀ ਕੁੜੀ ਚੰਗੀ ਲੱਗਦੀ ਸੀ? ਕਾਂਤੀ। ਕਾਂਤੀ ਨੇ ਬਸ਼ੀਰੇ ਨੂੰ ਕੀ ਦਿੱਤਾ ਸੀ? ਰੰਗ ਬਿਰੰਗੀ ਜਰਸੀ। ਕਹਾਣੀਕਾਰ ਨੇ ਆਪਣੇ ਜਨਮ ਉੱਤੇ ਬਸ਼ੀਰੇ ਨੂੰ ਕੀ ਸੁਗਾਤ ਦਿੱਤੀ ਸੀ? ਇੱਕ ਫੁੱਟਬਾਲ। ਬਸ਼ੀਰੇ ਨੇ ਸਕੂਲੋਂ ਆਉਣਾ ਕਿਉਂ ਛੱਡ ਦਿੱਤਾ ਸੀ? ਮੱਝਾਂ ਚਾਰਨ ਖਾਤਰ। ਬਸ਼ੀਰੇ ਦੇ ਘਰ ਵਾਲੇ ਸਾਰਾ ਦੁੱਧ ਕਿਉਂ ਵੇਚ ਦਿੰਦੇ ਸਨ? ਘਰ ਦੇ ਗੁਜ਼ਾਰੇ ਲਈ। ਲੇਖਕ ਲਈ ਮੱਝ ਦਾ ਜੋੜ ਕਿਸ ਚੀਜ਼ ਨਾਲ ਸੀ? ਦੁੱਧ ਅਤੇ ਲੱਸੀ ਨਾਲ। ਬਸ਼ੀਰੇ ਲਈ ਮੱਝ ਦਾ ਜੋੜ ਕਿਸ ਚੀਜ਼ ਨਾਲ ਸੀ? ਘਰ ਦੇ ਗੁਜ਼ਾਰੇ ਨਾਲ। ਦੋਨਾਂ ਦੇ ਮੀਨਿੰਗ ਅਲੱਗ ਸਨ। ਲੇਖਕ ਦੇ ਮੱਝ ਖਰੀਦਣ ਦੇ ਹੋਰ ਮਤਲਬ ਸੀ ਔਰ ਬਸ਼ੀਰੇ ਦੇ ਲਈ ਹੋਰ ਸੀ। ਅਤੇ ਬੱਚੋਂ ਇਹ ਅਸੀਂ ਕਹਾਣੀ ਬਸ਼ੀਰਾ ਪੜ੍ਹੀਏ। ਇਸ ਕਹਾਣੀ ਦੇ ਸੰਬੰਧਿਤ ਪ੍ਰਸ਼ਨ ਉੱਤਰ ਤੁਸੀਂ ਆਪਣੀਆਂ ਕਾਪੀਆਂ ਉੱਤੇ ਲਿਖਣੇ ਹਨ ਔਰ ਇਹਨਾਂ ਨੂੰ ਤੁਸੀਂ ਯਾਦ ਕਰਨਾ।